Students, we are going to discuss second part of the chapter, the Barbers Trade Union. Up to this we have discussed exercise also and translation also, and let us start. He has got to touch our beards, our head and our hands. ਉਹ ਸਾਡੇ ਦਾੜੀ ਨੂੰ ਛੂਹੇਗਾ, ਸਾਡੇ ਸਿਰ ਨੂੰ ਤੇ ਸਾਡੇ ਹੱਥਾਂ ਨੂੰ। ਹੀ ਇਜ਼ ਡਿਫਾਈਲ ਇਨਫ ਬਾਈ ਗੋਡ, ਉਸ ਨੂੰ ਪਰਮਾਤਮਾ ਨੇ ਹੀ ਅਪਵਿੱਤਰ ਬਣਾਇਆ ਹੈ। ਵਾਈ ਡਜ਼ ਹੀ ਵਾਂਟ ਟੂ ਬਿਕਮ ਮੋਰ ਡਿਫਾਈਲਡ, ਉਹ ਹੋਰ ਅਪਵਿੱਤਰ ਕਿਉਂ ਹੋਣਾ ਚਾਹੁੰਦਾ ਹੈ। ਯੂ ਆਰ ਅ ਹਾਈ ਕਾਸਟ ਬॉय, ਤੂੰ ਇੱਕ ਉੱਚੀ ਜਾਤੀ ਦਾ ਲੜਕਾ ਹੈ। ਐਂਡ ਹੀ ਇਜ਼ ਲੋ ਕਾਸਟ ਡੈਵਲ, ਹੀ ਇਜ਼ ਅ रो, ਉਹ ਇੱਕ ਨੀਵੀਂ ਜਾਤੀ ਦਾ ਸ਼ੈਤਾਨ ਹੈ ਅਤੇ ਉਹ ਇੱਕ ਬਦਮਾਸ਼ ਹੈ। ਚੰਦੂ ਹੈਡ ਹਰਡ ਦਿਸ, ਚੰਦੂ ਨੇ ਸੁਣ ਲਿਆ ਸੀ। ਹੀ ਡਿਡ ਨਾਟ ਲੁੱਕ ਬੈਕ ਐਂਡ ਰੈਨ ਇਨ ਅ ਫਲਰੀ ਐਜ਼ ਇਫ ਹੀ ਵਾਜ਼ ਸੈਟ ਔਨ ਸਮ ਪਰਪਜ਼, ਉਸਨੇ ਪਿੱਛੇ ਨਹੀਂ ਦੇਖਿਆ ਅਤੇ ਉਹ ਤੇਜ਼ੀ ਦੇ ਨਾਲ ਦੌੜ ਗਿਆ ਜਿਵੇਂ ਉਸਨੂੰ ਕੋਈ ਉਦੇਸ਼ ਦਿੱਤਾ ਗਿਆ ਹੋਵੇ। ਵਿਚ ਆਕੂਪਾਈਡ ਹਿਮ ਮੋਰ ਦੈਨ ਦਾ ਅਬਿਊਜ਼ ਵਿਚ ਹੈਡ ਬੀਨ ਦਾ ਕਾਜ਼ ਆਫ ਹਿਸ ਫਲਾਈਟ, ਉਸ ਉਦੇਸ਼ ਨੇ ਉਸਨੂੰ ਜ਼ਿਆਦਾ ਪ੍ਰਭਾਵਿਤ ਕਰ ਲਿਆ ਜਿਹੜਾ ਗਾਲ ਤੋਂ ਵੀ ਵੱਧ ਚੁੱਭ ਰਿਹਾ ਹੋਵੇ। ਮਾਈ ਮਦਰ ਕਾਲਡ ਟੂ ਮੀ ਐਂਡ ਸੈਡ ਦੈਟ ਇਟ ਵਾਜ਼ ਟਾਈਮ ਫॉर ਮੀ ਟੂ ਈਟ ਐਂਡ ਟੂ ਗੋ ਟੂ ਸਕੂਲ ਔਰ ਆਈ ਸ਼ੁੱਡ ਬੀ ਲੇਟ, ਮੇਰੀ ਮਾਤਾ ਨੇ ਮੈਨੂੰ ਬੁਲਾਇਆ, ਕਿਹਾ ਕਿ ਹੁਣ ਇਹ ਖਾਣੇ ਦਾ ਟਾਈਮ ਹੈ ਅਤੇ ਸਕੂਲ ਜਾਣ ਦਾ, ਆਈ ਸ਼ੁੱਡ ਬੀ ਲੇਟ, ਨਹੀਂ ਤਾਂ ਮੈਂ ਲੇਟ ਹੋ ਜਾਵਾਂਗਾ। And she couldn't resist the temptation to lecture me again about my associating with the barber boy, ਅਤੇ ਦੁਬਾਰਾ ਉਹ ਆਪਣੀ ਆਦਤ ਤੋਂ ਮਜਬੂਰ ਸੀ ਅਤੇ ਉਹ ਮੈਨੂੰ ਲੈਕਚਰ ਦੇਣ ਤੋਂ ਨਾ ਹਟੇ ਕਿ ਮੈਂ ਉਸ ਲੜਕੇ ਦੇ ਨਾਲ ਨਾ ਮਿਲਾਂ। ਬਟ ਆਈ ਵਾਜ਼ ਵੈਰੀ ਡਿਸਟਰਬਡ ਅਬਾਊਟ ਚੰਦੂਜ਼ ਫੇਟ ਆਲ ਡੇ, ਪਰ ਮੈਂ ਸਾਰਾ ਦਿਨ ਚੰਦੂ ਦੀ ਕਿਸਮਤ ਬਾਰੇ ਬੇਚੈਨ ਰਿਹਾ। ਐਂਡ ਔਨ ਮਾਈ ਵੇ ਬੈਕ ਫਰੋਮ ਸਕੂਲ, ਅਤੇ ਸਕੂਲ ਤੋਂ ਵਾਪਸ ਆ ਕੇ ਆਈ ਕਾਲਡ ਐਟ ਹੋਵਰ ਵੇਅਰ ਹੀ ਲਿਵ ਵਿਦ ਹਿਸ ਮਦਰ, ਹੋਲ ਮੀਨਿੰਗ ਓਪਨ ਸ਼ੈਡ, ਜਿੱਥੇ ਉਹ ਆਪਣੀ ਮਾਂ ਦੇ ਨਾਲ ਇੱਕ ਓਪਨ ਸ਼ੈਡ ਦੇ ਵਿੱਚ ਰਹਿੰਦਾ ਸੀ, ਮੈਂ ਉੱਥੇ ਗਈ। ਹਿਸ ਮਦਰ ਵਾਜ਼ ਵੈਲ ਨੋਨ ਫਾਰ ਅ ਕੈਂਟਾਕਿਊਰਸ ਓਲਡ ਵੂਮੈਨ, ਉਸ ਦੀ ਮਾਤਾ ਜਿਹੜੀ ਇਲ ਟੈਂਪਰਡ ਸੀ। ਬਿਕੋਜ਼ ਸ਼ੀ ਲੋ ਕਾਸਟ ਵੀਮੈਨ, ਕਿਉਂਕਿ ਉਹ ਨੀਵੀਂ ਜਾਤ ਦੀ ਔਰ ਸੀ। ਡੇਅਰ ਟੂ ਸੀ ਦਾ ਅਪਰ ਕਾਸਟ ਪੀਪਲ ਐਜ਼ ਦੇ ਨੇਵਰ, ਉਸਨੇ ਹੌਸਲਾ ਕੀਤਾ ਸੀ ਅਪਰ ਕਾਸਟ ਦੇ ਲੋਕਾਂ ਦਾ ਸਾਹਮਣਾ ਕਰਨ ਦਾ। ਐਂਡ ਦਿਸ ਇਜ਼ ਆਂਸਰ ਟੂ ਦਾ 10th question, what type of woman was Chandu's mother? Chandu's mother was a low caste woman and she was marked by ill-tempered nature and she dared to see the upper caste people, dared to see themselves, ਉਸਨੇ ਉਹਨਾਂ ਦਾ ਸਾਹਮਣਾ ਇਸ ਤਰ੍ਹਾਂ ਕੀਤਾ ਜਿਵੇਂ ਕਿ ਉਹ ਦੇਖਣ ਦਾ ਹੌਸਲਾ ਨਹੀਂ ਸੀ ਕਰਦੇ। ਸ਼ੀ ਵਾਜ਼ ਆਲਵੇਜ਼ ਕਾਈਂਡ ਟੂ ਮੀ, ਉਹ ਮੇਰੇ ਪ੍ਰਤੀ ਹਮੇਸ਼ਾ ਦਿਆਲੂ ਸੀ। ਦਿਸ ਇਜ਼ ਆਂਸਰ ਟੂ 11th question, ਹਾਊ ਡਿਡ ਚੰਦੂਜ਼ ਮਦਰ ਟਰੀਟ ਦਾ ਨਰੇਟਰ, ਲੇਖਕ ਦੇ ਨਾਲ ਉਸ ਦਾ ਕਿਸ ਤਰ੍ਹਾਂ ਦਾ ਵਤੀਰਾ ਸੀ। ਸ਼ੀ ਵਾਜ਼ ਵੈਰੀ ਕਾਈਂਡ ਟੂ ਹਿਮ, ਦਓ ਸ਼ੀ ਸਪੋਕ ਟੂ ਮੀ ਟੂ ਇਨ ਅ ਬੈਂਟਰਿੰਗ ਮੈਨਰ, ਚਾਹੇ ਉਸ ਦੇ ਨਾਲ ਉਹ ਮਜ਼ਾਕੀਆ ਲਹਿਜੇ ਵਿੱਚ ਬੋਲਦੀ। ਵਿਚ ਸ਼ੀ ਹੈਡ ਅਕਵਾਇਰਡ ਥਰੂ ਦਾ ਸਫਰਿੰਗ ਐਂਡ ਹਿਮੀਲੀਏਸ਼ਨ ਆਫ 60 odd years, ਜਿਹੜੀ ਕਿ ਉਸਨੂੰ 60 ਸਾਲਾਂ ਦੇ ਲੰਬੇ ਸਮੇਂ ਦੇ ਵਿੱਚ ਦੁੱਖਾਂ ਅਤੇ ਉਸ ਦੀ ਬੇਇੱਜ਼ਤੀ ਤੋਂ ਮਿਲੀ ਸੀ। ਟਰਨਿੰਗ ਟੂ ਮੀ ਸ਼ੀ ਸੈਡ, ਉਸਨੇ ਮੇਰੇ ਵੱਲ ਮੁੜਦੇ ਹੋਏ ਕਿਹਾ, ਵੈਲ ਯੂ ਹੈਵ ਕਮ ਹੈਵ ਯੂ, ਤੂੰ ਫਿਰ ਆ ਗਿਆ। ਟੂ ਲੁੱਕ ਫॉर योर फ्रेंड, अपने दोस्त लिए आए हैं। इफ़ योर मदर न्यू दैट यू वर हेयर शी वुड स्क्रैच माई आइज़, जे तेरी माता ने पता लग गया कि तू इत्थे है तो मेरियां अखां कढ़ देगी। फॉर कास्टिंग माई ईवल आई ऑन योर स्वीट फेस, क्योंकि मैं अपनी बुरी नज़र तेरे चेहरे उपर पाई है। एंड यू आर यू सो एज इनोसेंट एज यू लुक, कि तू इन्ना ही निर्दोष है जिन्ना तू दिखता है। और आर यू अ स्नेकिंग लिटल हिपोक्राइट लाइक द रेस्ट ऑफ योर लॉर्ड, ਤਾਂ ਜਾਂ ਦੇ ਲੋਕਾਂ ਵਰਗਾ उस तरह ही चुप चुप हैं, बगला भगते हैं जो स्वार्थी हैं, हिपोक्रेट। चंदू देन मदर आई सैड, मैं क्या कि चंदू कित्थे, आई डोंट नो सन। शी सैड नाउ इन अ सिंसीयर सिंपल मैनर, हुण उसने एक ते वफादारी वाले तरीके दे विच कहा। ही वेंट अप टाउन वे एंड सेज ही अर्न सम मनी शेविंग पीपल ऑन द रोड साइड, हुण वो कस्बे वल जांदा है ते वो कहंदा कि लोकां दा सड़क ते बैठ के लोकां दी शेव करदा, पैसे कमा। आई डोंट नो वट इज़ अप टू, मैं नहीं जानती कि वो की करना चाਹੁੰਦਾ है। आई डोंट थिंक ही आउट टू उनाई द क्लाइंट्स इज फादर सर, मैं नहीं ਤੁਹਾਨੂੰ ਜਿਨ੍ਹਾਂ ਦੀ ਉਹਦਾ ਪਿਤਾ ਸੇਵਾ ਕਰਦਾ ਸੀ ਉਸਨੂੰ ਉਹਨਾਂ ਨੂੰ ਦੁਖੀ ਕਰਨਾ ਚਾਹੀਦਾ। ਹੀ ਇਜ਼ ਅ ਚਾਈਲਡ ਐਂਡ ਗੈਟਸ ਫਨੀ ਨੋਸ਼ਨਸ ਇਨ ਟੂ ਹਿਜ਼ ਹੈਡ, ਉਹ ਇੱਕ ਬੱਚਾ ਹੈ ਅਤੇ ਹਰ ਵੇਲੇ ਉਸਦੇ ਦਿਮਾਗ ਦੇ ਵਿੱਚ ਅਜੀਬ ਖਿਆਲ ਆਉਂਦੇ ਰਹਿੰਦੇ ਹਨ। ਦੇ ਆਰ ਨੋਟ ਟੂ ਬੀ ਐਂਗਰੀ ਵਿਦ ਹਿਮ, ਉਹਨਾਂ ਨੂੰ ਉਹਦੇ ਨਾਲ ਨਾਰਾਜ਼ ਨਹੀਂ ਹੋਣਾ ਚਾਹੀਦਾ। ਹੀ ਇਜ਼ ਓਨਲੀ ਅ ਬॉय, ਉਹ ਇੱਕ ਬੱਚਾ ਹੀ ਹੈ। ਤਾਂ ਵਾਂਟ ਟੂ ਸੀ ਹਿਮ ਐਂਡ ਗੋ ਆਊਟ ਪਲੇਇੰਗ, ਤੂੰ ਉਹਨੂੰ ਦੇਖਣਾ ਚਾਹੁੰਦਾ ਅਤੇ ਖੇਲਣਾ ਚਾਹੁੰਦਾ। ਆਈ ਸਪੋਜ਼ ਵੈਰੀ ਵੈਲ, ਚੰਗੀ ਗੱਲ ਹੈ। ਆਈ ਵਿਲ ਟੈਲ ਹਿਮ ਵੈਨ ਹੀ ਕਮਸ, ਜਦੋਂ ਆਏਗਾ ਤਾਂ ਮੈਂ ਦੱਸ ਦਿਆਂਗੀ। ਹੀ ਇਜ਼ ਜਸਟ ਗੋਨ ਅਪ ਦਾ ਰੋਡ, ਆਈ ਥਿੰਕ, ਸ਼ਾਇਦ ਉਹ ਸੜਕ 'ਤੇ ਗਿਆ ਮੈਂ ਸੋਚਦੀ ਹਾਂ। ਆਲ ਰਾਈਟ ਮਦਰ ਆਈ ਸੈਡ ਐਂਡ ਵੈਂਟ ਹੋਮ, ਮੈਂ ਕਿਹਾ ਠੀਕ ਹੈ ਅਤੇ ਮਾਤਾ ਜੀ ਠੀਕ ਹੈ ਅਤੇ ਘਰ ਚਲਾ ਗਿਆ। ਉਹ ਵਿਸਲ ਫॉर ਮੀ ਦੈਟ ਆਫਟਰਨੂਨ ਇਨ ਦਾ ਯੂਜ਼ਲ ਕੋਡ ਵਿਸਲ, ਸ਼ਾਮ ਮੈਨੂੰ ਉਸੇ ਤਰ੍ਹਾਂ ਸੀਟੀ ਮਾਰੀ, ਉਸੇ ਭੇਦ ਭਰੇ ਕੋਡ ਦੇ ਨਾਲ
which he arranged to evade the reproaches of interfering elders that our association often provoked. Provoke mean ਪੈਦਾ ਹੋ ਜਾਣਾ। ਵਿੱਚ ਸਾਡੇ ਇਕੱਠੇ ਹੋਣ ਦੇ ਵਿੱਚ ਇਹ ਢੰਗ ਕੱਢਿਆ ਸੀ। ਕਮ ਫਾਰ ਏ ਵਾਕ ਟੂ ਦਾ ਬਾਜ਼ਾਰ ਹੀ ਸੈਡ, ਉਸਨੇ ਕਿਹਾ ਕਿ ਬਾਜ਼ਾਰ ਦੇ ਵਿੱਚ ਲਈ ਆ ਜਾ। ਆਈ ਵਾਂਟ ਟੂ ਟਾਕ ਟੂ ਯੂ, ਮੈਂ ਤੇਰੇ ਨਾਲ ਗੱਲ ਕਰਨੀ ਹੈ। ਐਂਡ ਹਾਰਡਲੀ ਹੈਡ ਆਈ ਜੁਆਇਨ ਹਿਮ ਵੈਨ ਹੀ ਬਿਗੈਨ, ਮੈਂ ਉਸ ਕੋਲ ਗਿਆ ਹੀ ਸੀ ਜਦੋਂ ਸ਼ੁਰੂ ਹੋ ਗਿਆ। ਡੂ ਯੂ ਨੋ ਆਈ ਅਰਨਡ ਅ ਰੂਪੀ ਸ਼ੇਵਿੰਗ ਐਂਡ ਹੇਅਰ ਕਟਿੰਗ ਨੀਅਰ ਦ ਕੋਰਟ ਦਿਸ ਮੋਰਨਿੰਗ, ਤੈਨੂੰ ਪਤਾ ਹੈ ਇਸ ਕੋਰਟ ਦੇ ਅੱਗੇ ਮੈਂ 1 ਰੁਪਇਆ ਕਮਾਇਆ ਸ਼ੇਵ ਕਰਕੇ ਅਤੇ ਹੇਅਰ ਕਟਿੰਗ ਤੋਂ। ਇਫ ਆਈ had to come back on the road bar of ਹੁਕਮਚੰਦ carriage early in the afternoon, ਜੇ ਮੈਨੂੰ ਹੁਕਮਚੰਦ ਦੇ ਪਿੱਛੇ ਗੱਡੀ ਦੇ ਬੈਠ ਕੇ ਨਾ ਦਾ ਆਫਟਰਨੂਨ ਜਲਦੀ ਸ਼ਾਮ, ਆਈ ਸ਼ੁਡ ਹੈਵ ਅਰਨਡ ਮੋਰ, ਮੈਂ ਹੋਰ ਕਮਾ ਲੈਂਦਾ। ਬਟ ਆਈ ਐਮ ਗੋਇੰਗ ਟੂ ਟੀਚ ਦੀਜ਼ ਆਰਥੋਡੋਕਸ ਈਡੀਅਟਸ ਅ ਲੈਸਨ। ਰਵਾਇਤੀ ਮੂਰਖ ਕੌਣ ਹੈ? ਜਿਹੜੇ ਸੋ ਕਾਲਡ ਹਾਈ ਕਾਸਟ ਪੀਪਲ, ਕਿ ਲੋਕਾਂ ਨੂੰ ਮੈਂ ਸਬਕ ਸਿਖਾਵਾਂਗਾ। ਆਈ ਐਮ ਗੋਇੰਗ ਔਨ ਸਟ੍ਰਾਈਕ, ਮੈਂ ਸਟ੍ਰਾਈਕ 'ਤੇ ਜਾ ਰਿਹਾ ਹਾਂ। ਆਈ ਸ਼ੈਲ ਨਾਟ ਗੋ ਟੂ ਦੇਅਰ ਹਾਊਸਿਸ ਟੂ ਅਟੈਂਡ ਦੈਮ, ਮੈਂ ਉਹਨਾਂ ਦੇ ਘਰ ਉਹਨਾਂ ਨੂੰ ਅਟੈਂਡ ਕਰਨ ਲਈ ਨਹੀਂ ਜਾਵਾਂਗਾ। ਆਈ ਐਮ ਗੋਇੰਗ ਟੂ ਬਾਈ ਅ ਜੈਪਨੀਜ਼ ਬਾਈਸਾਈਕਲ ਫਰੋਮ ਦ ਗੈਮਲਿੰਗ ਸਨ ਆਫ ਲਾਲਾ ਹੁਕਮਚੰਦ ਫਾਰ 5 ਰੁਪੀਜ਼। ਹੁਣ ਸਾਈਕਲ ਖਰੀਦਣੋਂ ਜਾ ਰਿਹਾ ਹੈ ਕਿਸ ਦਾ? ਲਾਲਾ ਹੁਕਮਚੰਦ ਦਾ। ਕਿੰਨੇ ਪੈਸਿਆਂ ਲਈ? 5 ਰੁਪਏ ਦਾ। ਅਤੇ ਸਾਈਕਲ ਕਿਹੜਾ? ਜਾਪਾਨੀ ਸਾਈਕਲ ਹੈ। ਐਂਡ ਆਈ ਸ਼ੈਲ ਲਰਨ ਟੂ ਰਾਈਡ ਇਟ, ਮੈਂ ਫਿਰ ਉਹ ਕਹਿੰਦਾ ਇਸ ਨੂੰ ਮੈਂ ਚਲਾਉਣਾ ਸਿੱਖ ਲਵਾਂਗਾ। ਐਂਡ ਆਈ ਵਿਲ ਗੋ ਟੂ ਟਾਊਨ ਔਨ ਇਟ ਐਵਰੀ ਡੇ, ਅਤੇ ਹਰ ਰੋਜ਼ ਪਿੰਡ। ਵੰਟ ਆਈ ਲੁੱਕ ਗ੍ਰੈਂਡ ਰਾਈਡਿੰਗ ਔਨ ਅ ਬਾਈਸਾਈਕਲ, ਕੀ ਮੈਂ ਸਾਈਕਲ ਦੀ ਸਵਾਰੀ ਕਰਦਾ ਹੋਇਆ ਸ਼ਾਨਦਾਰ ਨਹੀਂ ਲੱਗਾਂਗਾ? ਵਿਦ ਮਾਈ ਓਵਰਕੋਟ, ਕਿਸ ਤਰ੍ਹਾਂ ਦੀ ਡਰੈਸ ਪਹਿਨਣੀ ਸੀ ਉਸਨੇ? ਓਵਰਕੋਟ ਪਹਿਨਣਾ ਸੀ। ਮਾਈ ਬਲੈਕ ਲੈਦਰ ਸ਼ੂਜ਼, ਲੈਦਰ ਦੇ ਬਲੈਕ ਸ਼ੂਜ਼। ਐਂਡ ਅ ਵਾਈਟ ਟਰਬਨ ਔਨ ਮਾਈ ਹੈਡ, ਅਤੇ ਵਾਈਟ ਟਰਬਨ ਸਪੈਸ਼ਲੀ ਐਜ਼ ਦੇਅਰ ਇਜ਼ ਅ ਪੈਗ ਇਨ ਫਰੰਟ ਆਫ ਦ 2 ਵੀਲਡ ਕੈਰੀਜ਼, ਇੱਥੇ ਕੈਰੀਅਰ ਜਿਹੜਾ ਚੀਜ਼ਾਂ ਲਟਕਾਉਣ ਲਈ ਹੈਂਡਲ ਹੈ ਉਸ ਸਾਈਕਲ ਦੇ ਅੱਗੇ, 2 ਪਹੀਆਂ ਵਾਲੇ ਇਸ ਗੱਡੀ ਦੇ ਅੱਗੇ। ਫॉर हैंगिंग माई टूल बैग, ਜਿਹਦੇ ਵਿੱਚ ਕੀ ਹੈ ਮੈਂ ਆਪਣੇ ਸੰਦਾਂ ਦਾ ਬੈਗ ਟੰਗਾਂਗਾ, ਆਪਣੇ ਬੈਗ ਟੰਗਾਂਗਾ। ਯੈਸ ਆਈ ਐਗਰੀ ਗ੍ਰੇਟਲੀ ਥ੍ਰਿਲਡ, ਮੈਂ ਬੜੇ ਖੁਸ਼ ਹੋ ਕੇ ਸਹਿਮਤ ਹੋਇਆ। ਨਾਟ ਬਿਕੋਜ਼ ਆਈ ਇਮੇਜਿਨ ਦ ਗਲੋਰੀ ਆਫ ਚੰਦੂ ਸੀਟਡ ਔਨ ਅ ਬਾਈਸਾਈਕਲ, ਇਸ ਕਰਕੇ ਨਹੀਂ ਕਿ ਮੈਂ ਸ਼ਾਨ ਸੋਚ ਰਿਹਾ ਸੀ ਚੰਦੂ ਦੀ ਸਾਈਕਲ 'ਤੇ ਬੈਠ ਕੇ ਜਿਹੜੀ ਲੱਗੇਗੀ, ਬਟ ਬਿਕਾਜ਼ ਆਈ ਫੈਲ ਮਾਈ ਸੈਲਫ ਨੀਅਰ ਦ ਗੋਲ ਆਫ ਮਾਈ ਓਨ ਅੰਬੀਸ਼ਨ, ਮੈਨੂੰ ਲੱਗਾ ਕਿ ਮੈਂ ਆਪਣੀ ਇੱਛਾ ਦੇ ਕੋਲ, ਗੋਲ ਦੇ ਕੋਲ ਪਹੁੰਚ ਗਿਆ। Since I felt that Chandu acquired a bicycle would at least let me ride to town on the elongated bolt at the back, ਚੇਅਰ ਲੱਗਾ ਹੋਇਆ ਉਹਦੇ ਉੱਪਰ ਮੈਨੂੰ ਉਹ ਬਿਠਾ ਲਏਗਾ ਪਿਛਲੇ, ਔਰ ਔਨ ਦਾ ਫਰੰਟ ਬਾਰ, ਜਾਂ ਫਿਰ ਮੈਨੂੰ ਅੱਗੇ ਵਾਲੀ ਸੀਟ 'ਤੇ ਬਿਠਾ ਲਏਗਾ। ਇਫ ਹੀ ਡਿਡਨਟ ਲੈਟ ਮੀ ਲਰਨ ਟੂ ਰਾਈਡ ਮਾਈ ਸੈਲਫ, ਜੇ ਉਸਨੇ ਮੈਨੂੰ ਨਾ ਚਲਾਉਣ ਦਿੱਤਾ। ਐਂਡ ਲੈਂਡ ਮੀ ਦਾ ਮਸ਼ੀਨ ਐਵਰੀ ਨਾਓ ਐਂਡ ਦੈਨ, ਮਸ਼ੀਨ ਜਿਹੜੀ ਉਧਾਰ ਲੈਣ ਦੀ ਇਜਾਜ਼ਤ ਨਾ ਦੇ, ਮੀਨਿੰਗ ਉਧਾਰ। Chandu negotiated the deal about the bicycle with an assurance that seemed to me a revelation of his capacity for business. ਚੰਦੂ ਨੇ ਮੇਰੇ ਨਾਲ ਸਾਈਕਲ ਦਾ ਲਈ ਸਮਝੌਤਾ ਕਰ ਲਿਆ, ਮੈਨੂੰ ਉਹ ਅਸ਼ੋਰੈਂਸ ਲੱਗੀ ਦਾ ਭੇਦ ਉਸਦਾ ਖੁੱਲ੍ਹ ਗਿਆ। ਰਿਵਲੇਸ਼ਨ ਮੀਨਿੰਗ ਡਿਸਕਲੋਜ਼ ਹੋ ਗਿਆ, ਪਤਾ। ਸੱਚ ਐਜ਼ ਆਈ ਹੈਡ ਨੈਵਰ ਸਸਪੈਕਟਡ ਹਿਮ, ਮੈਨੂੰ ਕਦੇ ਵੀ ਸ਼ੱਕ ਨਹੀਂ ਉਸ ਦੇ ਵਿੱਚ ਹੋਇਆ ਸੀ। ਫਰੋਮ ਦਾ ਰੈਕਲੈਸ ਵੇ ਹੀ ਸਪੈਂਟ ਹਿਜ਼ ਮਨੀ, ਰੈਕਲੈਸ ਮੀਨਿੰਗ ਬੇਪਰਵਾਹ ਤਰੀਕੇ ਨਾਲ ਜਿਵੇਂ ਉਹ ਪੈਸੇ ਖਰਚਦਾ ਸੀ। ਐਂਡ ਦੈਨ ਹੀ ਸੈਡ ਟੂ ਮੀ ਇਨ ਅ ਕੌਨਫੀਡੈਂਸ਼ੀਅਲ ਵਾਇਸ, ਫਿਰ ਉਸਨੇ ਮੈਨੂੰ ਭੇਦ ਭਰੇ ਢੰਗ ਦੇ ਨਾਲ ਕਿਹਾ, ਯੂ ਵੇਟ ਫॉर ਅਦਰ ਡੇ ਔਰ 2, ਤੈਨੂੰ 2 ਦਿਨ ਜਾਂ 1 ਅੱਧਾ ਦਿਨ ਹੋਰ ਇੰਤਜ਼ਾਰ ਕਰਨਾ। ਆਈ ਸ਼ੈਲ ਸ਼ੋ ਯੂ ਸਮਥਿੰਗ ਵਿਚ ਵਿਲ ਮੇਕ ਯੂ ਲਾਫ ਯੂ ਹੈਵ ਨੈਵਰ ਲਾਫ ਬਿਫੋਰ, ਮੈਂ ਤੈਨੂੰ ਕੋਈ ਗੱਲ ਦੱਸਾਂਗਾ, ਤੂੰ ਇੰਨਾ ਹੱਸੇਗਾ, ਤੂੰ ਪਹਿਲਾਂ ਕਦੇ ਨਹੀਂ ਹੱਸਿਆ ਹੋਵੇਂਗਾ। ਨਾ ਟੈਲ ਮੀ ਨਾਓ, ਆਈ ਇੰਸਿਸਟਡ, ਮੈਂ ਜਿੱਦ ਕੀਤੀ ਕਿ ਤੂੰ ਮੈਨੂੰ ਹੁਣ। ਵਿਦ ਐਨ ਇੰਪੇਸ਼ੈਂਸ ਸ਼ਾਰਮਡ ਬਾਈ ਦ ਰਿਦਮ ਆਫ ਦ ਐਕਸਾਈਟਮੈਂਟ ਵਿਦ ਵਿਚ ਦ ਸਪਿਰਿਟ ਆਫ ਹਿਜ਼ ਐਡਵੈਂਚਰ ਫੀਲਡ ਮਾਈ ਬੀਇੰਗ, ਮੈਂ ਉਸ ਬੇਤਾਬੀ ਦੇ ਨਾਲ ਭਰ ਗਿਆ, ਜੋਸ਼ ਦੇ ਨਾਲ, ਜਿਹਦੇ ਨਾਲ ਕਿ ਖੋਜ ਕਰਨ ਦੀ ਸਮਰੱਥਾ ਸੀ। ਨੋ ਯੂ ਵੇਟ, ਨਹੀਂ ਤੂੰ ਉਡੀਕ ਕਰ। is I can only give you a hint at the moment, ਮੈਂ ਤੈਨੂੰ ਹਿੰਟ ਦੇਵਾਂਗਾ। is the secret that only a barber can know, ਇਹ ਇੱਕ ਸੀਕਰਟ ਹੈ ਜਿਹੜਾ ਬਾਰਬਰ ਹੀ ਜਾਣਦਾ ਹੈ। no let me get on with the job of learning to handle this machine, handle this machine meaning ਬਾਈਸਾਈਕਲ ਚਲਾਉਣ ਲਈ, ਕਿ ਮੈਨੂੰ ਇਸ ਮਸ਼ੀਨ ਨੂੰ ਚਲਾਉਣਾ ਤਾਂ ਸਿੱਖਣ ਦੇ। you hold it while I get on it, ਜਦੋਂ ਮੈਂ ਇਸ ਨੂੰ ਚਲਾਉਣ ਲੱਗਾ ਤੂੰ ਇਸ ਨੂੰ ਪਕੜੇ ਰੱਖਣਾ। and I think it will be all right, ਮੈਨੂੰ ਲੱਗਦਾ ਹੈ ਕਿ ਠੀਕ ਹੋਏਗਾ। but I said this is not the way to learn to ride a bicycle, ਪਰ ਇਹ ਸਾਈਕਲ ਚਲਾਉਣ ਦਾ ਤਰੀਕਾ ਨਹੀਂ ਹੈ। ਮੈਂ ਕਿਹਾ ਮਾਈ ਫਾਦਰ ਲਰਨ ਟੂ ਰਾਈਡ ਫਰੋਮ ਦ ਪੈਗ ਐਟ ਦ ਬੈਕ, ਮੇਰੇ ਪਿਤਾ ਜੀ ਨੇ ਇਸ ਪਿੱਛੇ ਬੈਠ ਕੇ ਚਲਾਉਣਾ ਸਿੱਖਿਆ ਸੀ। ਐਂਡ ਮਾਈ ਬ੍ਰਦਰ ਲਰਨ ਟੂ ਰਾਈਡ ਬਾਈ ਫਸਟ ਟਰਾਈਂਗ ਟੂ ਬੈਲੈਂਸ ਔਨ ਦ ਪੈਡਲ, ਅਤੇ ਮੇਰੇ ਭਰਾ ਨੇ ਇਸ ਨੂੰ ਪੈਡਲ ਬੈਲੈਂਸ ਕਰਕੇ ਚਲਾਉਣਾ ਸਿੱਖਿਆ। ਯੂਰ ਫਾਦਰ ਇਜ਼ ਦ ਟੋਪ ਹੈਵੀ ਬੈਬੂਨ, ਤੇਰਾ ਪਿਤਾ
एक असभ्यक आदमी है, सैड चंदू। चंदू ने कहा बैबून असभ्यक। एंड योर ब्रदर इज अ लॉन्ग लेग स्पाइडर, ते तेरा भरा लंबियां लत्तां वाली मकड़ी है। वाज बॉर्न माई मदर टेल्स मी अपसाइड डाउन, मेरी माँ दसदी है कि मैं उल्टा पैदा होया। ऑल राइट आई सैड एंड आई हैड द बाईसाइकिल फॉर हिम, मैं उसके लिए साइकिल पकड़ लिया। पर वाई माई गेज कॉन्सेंट्रेटेड विद एडमायरेशन ऑन द ब्रिलियंट शीन ऑफ द पॉलिश्ड बॉज, पर जदों मेरी नज़र उसदियां चमकदियां होईयां डंडियां दे उपर गई, I lost my grip, पकड़ ढिल्ली हो गई। एंड चंदू fell on the other side with the third along with the machine। third आवाज़ है to fell from, चंदू नाल धड़म दी आवाज़ दे नाल डिग पिया। Why did Chandu decided to go on strike? Here is the answer to question number 12. But he was going to teach those orthodox idiots a lesson, and so he was going on strike. This why did Chandu decide to buy a bicycle? कि उसने साइकिल क्यों खरीदिया? To buy a Japanese bicycle from the gambling son of Lala Hukum Chand for 5 rupees to teach a lesson to those orthodox people. You have to add these words with this. This is answer of the 13th question. Why had the men gathered in the Shahukar shop? Answer to the 14th question. There were peals of laughter from the shop of the Shahukar where several peasants congregated figure of the landlord. फिर landlord ਦੇ ਦੁਆਲੇ ਲੋਕ ਇਕੱਠੇ ਹੋਏ ਬੈਠੇ ਸੀ, ਉੱਥੇ ਹਾਸੇ ਦੀ ਆਵਾਜ਼ ਆਈ। And then the Shahukar could be heard shouting, ਤੇ ਫਿਰ ਸ਼ਾਹੂਕਾਰ ਚਲਾਇਆ, serve you right, you rascal son of the iron age। ਕਹਿੰਦਾ ਤੂੰ ਬਦਮਾਸ਼ ਹੈ, ਲੋ ਯੁੱਗ ਦੇ ਸ਼ੈਤਾਨਾ। ਬ੍ਰੇਕ ਯੂਰ ਬੋਨਸ, ਆਪਣੀਆਂ ਹੱਡੀਆਂ ਤੋੜ ਤੇ ਮਰ ਜਾ। ਉਹ ਅਪ ਸਟਾਰਟ ਮੀਨਿੰਗ ਅਚਾਨਕ ਬਣੇ ਅਮੀਰਜ਼ਾਦੇ, ਨਵਾਂ ਬਣਿਆ ਅਮੀਰ। ਯੂ ਵੋਂਟ ਕਮ ਟੂ ਯੂਰ ਸੈਂਸਿਸ ਅਦਰਵਾਈਜ਼, ਨਹੀਂ ਤਾਂ ਤੈਨੂੰ ਕਦੇ ਹੋਸ਼ ਨਹੀਂ ਆਉਣੀ। ਚੰਦੂ ਹੰਗ ਹਿਜ਼ ਹੈਡ ਵਿਦ ਸ਼ੇਮ, ਚੰਦੂ ਨੇ ਸ਼ਰਮ ਨਾਲ ਸਿਰ ਨੀਵਾਂ ਕਰ ਲਿਆ। ਐਂਡ ਮਟਰਡ ਐਨ ਓਥ ਐਟ ਮੀ, ਅਤੇ ਇੱਕ ਸਹੁੰ ਖਾਧੀ। ਯੂ ਫੂਲ, ਯੂ ਆਰ ਨੋ ਗੁੱਡ, ਤੂੰ ਮੂਰਖ, ਤੂੰ ਚੰਗਾ ਨਹੀਂ ਹੈ। ਦਾਓ ਆਈ ਹੈਡ ਥਾਊ ਦੈਟ ਹੀ ਵੁੱਡ ਗ੍ਰਿਪ ਮੀ ਬਾਈ ਦ ਨੈਕ, ਭਾਵੇਂ ਮੈਂ ਸੋਚਦਾ ਸੀ ਕਿ ਮੈਨੂੰ ਗਲੇ ਤੋਂ ਪਕੜ ਲਏਗਾ। ਐਂਡ ਗਿਵ ਮੀ ਅ ਗੁੱਡ ਥ੍ਰੈਸ਼ਿੰਗ ਫਾਰ ਬੀਂਗ ਅ ਕਾਜ਼ ਆਫ ਡਿਸਕੰਫਰਟ, ਦੈਨ ਹੀ ਲੁਕਡ ਐਟ ਮੀ, ਅਤੇ ਮੇਰੀ ਉਹ ਇਸ ਡਿਸਕੰਫਰਟ ਦੇ ਲਈ, ਬੇਰਾਮੀ ਦੇ ਲਈ ਉਹ ਮੈਨੂੰ ਮਾਰੇਗਾ। ਉਸਨੇ ਮੇਰੇ ਵੱਲ ਦੇਖਿਆ, ਸਮਾਈਲ ਇੰਬੈਰੈਸਲੀ, ਪਰੇਸ਼ਾਨ ਹੋ ਕੇ ਮੁਸਕਰਾਇਆ। ਐਂਡ ਸੈਡ ਵੀ ਵਿਲ ਸੀ ਹੂ ਹੈਜ਼ ਅ ਲਾਸਟ ਲਾਫ, ਆਈ ਔਰ ਦੇ। ਕਹਿੰਦਾ ਹੁਣ ਦੇਖਦੇ ਹਾਂ ਕੌਣ ਹੱਸਦਾ, ਉਹ ਕਿ ਮੈਂ। ਆਈ ਵਿਲ ਹੋਲਡ ਦ ਮਸ਼ੀਨ ਟਾਈਟਲੀ ਦਿਸ ਟਾਈਮ, ਆਈ ਸੈਡ ਅਨਲੈਸਲੀ, ਮੈਂ ਇਮਾਨਦਾਰੀ ਨਾਲ ਕਿਹਾ ਕਿ ਮੈਂ ਮਸ਼ੀਨ ਪਕੜ ਕੇ ਰੱਖਾਂਗਾ। ਐਂਡ ਆਈ ਪਿਕ ਇਟ ਅਪ ਫਰੋਮ ਵੇਅਰ ਇਟ ਲੇ, ਅਤੇ ਜਿੱਥੇ ਡਿੱਗਿਆ ਸੀ ਸਾਈਕਲ ਮੈਂ ਇਸ ਨੂੰ ਉੱਥੋਂ ਉਠਾਇਆ। ਯੂਰ ਬੋਨਸ ਯੂ ਸਵਾਈਨ ਕੇ ਦ ਲੈਂਡਲੋਰਡਸ ਕਾਲ, ਫਿਰ ਆਵਾਜ਼ ਆਈ ਲੈਂਡਲੋਰਡ ਦੀ ਕਿ ਤੂੰ ਸੂਰ, ਤੇਰੀਆਂ ਮੈਂ ਹੱਡੀਆਂ ਤੋੜ ਦਿਆਂਗਾ। ਡੋਂਟ ਯੂ ਕੇਅਰ, ਤੂੰ ਧਿਆਨ ਨਹੀਂ ਰੱਖਦਾ। ਚੰਦੂ ਸੈਡ ਟੂ ਮੀ, ਆਈ ਵਿਲ ਸ਼ੋ ਦੈਮ, ਮੈਂ ਉਹਨਾਂ ਨੂੰ ਦਿਖਾਉਣਾ ਹੈ। ਐਂਡ ਹੀ ਮਾਊਂਟਡ ਦ ਬਾਈਸਾਈਕਲ ਐਜ਼ ਆਈ ਐਗਜ਼ਰਟਡ ਆਲ ਮਾਈ ਸਟਰੈਂਥ ਟੂ ਹੋਲਡ ਇਟ ਟਾਈਟ, ਅਤੇ ਉਹ ਸਾਈਕਲ ਦੇ ਉੱਤੇ ਬੈਠ ਗਿਆ ਜਦੋਂ ਕਿ ਮੈਂ ਇਸ ਨੂੰ ਪਕੜਨ ਦੇ ਲਈ ਪੂਰਾ ਜ਼ੋਰ ਲਾ ਦਿੱਤਾ। ਦੈਨ ਹੀ ਸੈਡ ਲੈਟ ਗੋ, ਫਿਰ ਉਸਨੇ ਕਿਹਾ ਚਲੋ ਜਾਂਦੇ ਹਾਂ। ਪਲੀਜ਼ ਮਾਈ ਗ੍ਰਿਪ, ਮੈਂ ਆਪਣੀ ਪਕੜ ਛੱਡ ਦਿੱਤੀ। ਹੀ ਹੈਡ ਪ੍ਰੈਸ ਦ ਪੈਡਲ ਵਿਦ ਦ ਡਾਊਨਵਰਡ ਪ੍ਰੈਸ਼ਰ ਆਫ ਹਿਜ਼ ਰਾਈਟ ਫੁੱਟ, ਉਸਨੇ ਸੱਜੇ ਪੈਰ ਦੇ ਨਾਲ ਨੀਚੇ ਨੂੰ ਪੈਡਲ ਮਾਰਿਆ। ਹਾਂ ਐਂਡ ਐਜ਼ ਦ ਵੀਲਸ ਰੋਲਡ, ਤੇ ਜਿਵੇਂ ਹੀ ਪਹੀਏ ਘੁੰਮੇ, ਹੀ ਸਵੇ ਡੇਂਜਰਸਲੀ ਟੂ ਵਨ ਸਾਈਡ, ਉਹ ਇੱਕ ਪਾਸੇ ਨੂੰ ਬੜੇ ਖਤਰਨਾਕ ਤਰੀਕੇ ਦੇ ਨਾਲ ਗਿਆ। ਬਟ ਹੀ ਹੈਡ ਪੁਸ਼ਡ ਦ ਅਦਰ ਪੈਡਲ ਨਾਓ, ਫਿਰ ਉਸਨੇ ਦੂਜਾ ਪੈਡਲ ਮਾਰ ਦਿੱਤਾ। ਦ ਮਸ਼ੀਨ ਬੈਲੈਂਸਡ, ਮਸ਼ੀਨ ਬੈਲੈਂਸ ਹੋ ਗਈ। ਇਨਕਲਾਈਨਿੰਗ ਟੂ ਦ ਰਾਈਟ ਅ ਲਿਟਲ ਸੋ ਦੈਟ ਆਈ ਸਾ ਚੰਦੂ ਲਿਫਟ ਹਿਜ਼ ਰੰਪ ਫਰੋਮ ਦ ਸੈਡਲ, ਅਤੇ ਉਸਨੇ ਥੋੜ੍ਹਾ ਜਿਹਾ ਸੱਜੇ ਪਾਸੇ ਨੂੰ ਝੁਕ ਕੇ ਮੈਂ ਦੇਖਿਆ ਕਿ ਚੰਦੂ ਨੇ ਸਾਈਕਲ ਦੀ ਕਾਠੀ ਉੱਤੋਂ ਡਰਾਵਣੇ ਤਰੀਕੇ ਦੇ ਨਾਲ ਰੰਪ ਮੀਨਿੰਗ ਆਪਣੇ ਬਾਟਮ ਨੂੰ ਚੁੱਕ ਲਿਆ। ਹੀ ਹੰਗ ਪ੍ਰੀਕੇਰੀਅਸਲੀ ਫਾਰ ਅ ਮੂਮੈਂਟ, ਅਤੇ ਇੱਕ ਪਲ ਲਈ ਉਹ ਖਤਰੇ ਵਿੱਚ ਲਟਕਿਆ ਰਿਹਾ। ਪ੍ਰੀਕੇਰੀਅਸਲੀ ਮੀਨਿੰਗ ਸੰਕਟਪੂਰਨ ਤਰੀਕੇ ਦੇ ਨਾਲ, ਮੂਵਮੈਂਟ ਪਲ। ਹਿਜ਼ ਹੈਂਡਲਸ ਵਰ ਡੇਂਜਰ, ਭਿਅੰਕਰ ਢੰਗ ਦੇ ਨਾਲ ਲੜਖੜਾ। ਹੀ ਵਾਜ਼ ਟੋਟਰਿੰਗ, ਉਹ ਲੜਖੜਾ ਨਾ। ਐਟ ਦਿਸ ਜੰਕਚਰ ਅ ਮਿਕਸਚਰ ਨੋਇਜ਼ ਔਰ ਲਾਫਟਰ ਸਰਕੈਜ਼ਮ ਅਰੋਜ਼ ਫਰੋਮ ਦ ਕੋਂਗਰੀਗੇਸ਼ਨ ਐਟ ਦ ਸ਼ੋਪ, ਇਸ ਮੌਕੇ ਦੇ ਉੱਤੇ ਇੱਕ ਮਿਸ਼ਰਤ ਸ਼ੋਰ ਆਇਆ, ਉਹਦੇ ਵਿਅੰਗ ਦਾ, ਉਹਦੇ ਮਜ਼ਾਕ ਦਾ। ਕੋਂਗਰੀਗੇਸ਼ਨ ਮੀਨਿੰਗ ਗੈਦਰਿੰਗ ਜਿਹੜੀ ਸ਼ੌਪ 'ਤੇ ਸੀ। ਐਂਡ ਆਈ ਥਾਊਟ ਦੈਟ ਚੰਦੂ ਵੁੱਡ ਕਮ ਟੂ ਗ੍ਰੀਫ ਵਿਦ ਦਿਸ ਕਨਫਿਊਜ਼ਨ, ਅਤੇ ਮੈਨੂੰ ਲੱਗਾ ਕਿ ਇਸ ਸਾਰੀ ਕਨਫਿਊਜ਼ਨ ਨਾਲ ਚੰਦੂ ਨੂੰ ਦੁੱਖ ਹੋਏਗਾ। ਇਫ ਨੋਟ ਔਨ ਅਕਾਊਂਟ ਆਫ ਹਿਜ਼ ਅਟਰ ਇਨਕੈਪੈਸਿਟੀ, ਕਿ ਉਹ ਆਪਣੀ ਅਸਮਰਥਾ ਕਰਕੇ ਦੁਖੀ ਨਹੀਂ ਹੋਇਆ, ਬਲਕਿ ਇਸ ਕਨਫਿਊਜ਼ਨ ਕਰਕੇ, ਇਹਨਾਂ ਦੇ ਹੱਸਣ ਕਰਕੇ ਜਾਂ ਘਬਰਾਹਟ ਕਰਕੇ ਉਹ ਕੀ ਹੈ, ਦੁਖੀ ਹੋਏਗਾ। ਬਾਏ ਅ ਕਿਊਰੀਅਸ ਮਾਈਰਾਈਕਲ, ਇੱਕ ਅਜੀਬ ਕਰਿਸ਼ਮਾ ਹੋਇਆ। ਹਾਊਐਵਰ ਚੰਦੂਜ਼ ਫੀਟ ਹੈਡ ਗੌਟ into the right rhythm for paddling and his handle had adjusted itself to his stiff handle, ਸੱਜੇ ਪਾਸੇ ਚੰਦੂ ਦੇ ਪੈਰਾਂ ਇੱਕ ਲੈ ਪੈਦਾ ਹੋ ਗਈ ਅਤੇ ਹੈਂਡਲ ਦਾ ਹੱਥਾਂ ਨਾਲ ਮੇਲ ਬੈਠ ਗਿਆ। ਐਂਡ ਹੀ ਰੋਡ ਆਫ, ਅਤੇ ਉਹ ਚਲਾਉਂਦਾ ਰਿਹਾ। ਵਿਦ ਮੀ ਰਨਿੰਗ ਬਿਹਾਈਂਡ ਹਿਮ, ਮੈਂ ਉਸਦੇ ਪਿੱਛੇ ਭੱਜਦਾ ਰਿਹਾ।
ਬਰਸਟਿੰਗ ਮਾਈ ਸੈਲਫ ਵਿਦ ਇੰਥੂਜ਼ੀਆਸਟਿਕ ਸ਼ਾਬਾਸ਼, ਅਤੇ ਮੈਂ ਜੋਸ਼ ਦੇ ਤਰੀਕੇ ਨਾਲ ਉਸਨੂੰ ਸ਼ਾਬਾਸ਼ ਕਹਿੰਦਾ ਰਿਹਾ ਉੱਚੀ ਉੱਚੀ। ਹਾਫ ਅ ਮਾਈਲ ਐਂਡ ਰਨ ਹੀ ਰਿਪੀਟਡ ਦਾ ਟ੍ਰਿਕ, ਅਸੀਂ ਅੱਧਾ ਮੀਲ ਦੌੜੇ ਅਤੇ ਉਸਨੇ ਆਪਣੇ ਇਸ ਟ੍ਰਿਕ ਨੂੰ ਫੇਰ ਦੁਹਰਾਇਆ। Though I was very eager to share the joy of his newly acquired skill, ਤਾਂ ਚਾਹੇ ਕਿ ਮੈਂ ਬੜਾ ਬੇਤਾਬ ਸੀ ਕਿ ਨਵੀਂ ਪ੍ਰਾਪਤ ਉਹਦੀ ਨਿਪੁੰਨਤਾ ਨੂੰ ਸ਼ੇਅਰ ਕਰਾਂ। I didn't see ਚੰਦੂ ਦਾ ਨੈਕਸਟ ਡੇ, ਅਗਲੇ ਦਿਨ ਮੈਂ ਚੰਦੂ ਨਾਲ ਮਿਲਿਆ। As I was being taken to see my aunts in ਵੇਰਕਾ, ਕਿਉਂਕਿ ਮੈਂ ਵੇਰਕਾ ਆਪਣੀ ਆਂਟ ਕੋਲ ਚਲਾ ਗਿਆ, straight from school, ਸਿੱਧਾ ਆਪਣੇ ਸਕੂਲ। But on the third day he called me for me, ਤੀਜੇ ਦਿਨ ਉਸਨੇ ਮੈਨੂੰ ਬੁਲਾਇਆ and another place in this chapter ਜੰਡਿਆਲਾ, and said that he would show me the joke he had talked of the other day, ਕਿ ਉਹ ਮੈਨੂੰ ਉਸ ਮਜ਼ਾਕ ਬਾਰੇ ਦੱਸੇਗਾ ਜਿਹੜਾ ਇੱਕ ਦਿਨ ਪਹਿਲਾਂ ਕੀਤਾ ਸੀ। I followed quickly, ਮੈਂ ਤੇਜ਼ੀ ਨਾਲ ਉਸਦੇ ਪਿੱਛੇ ਗਿਆ ਅਤੇ ਪੁੱਛਿਆ, asking the why, tell me what's about, ਕਹਿੰਦਾ ਕੀ ਗੱਲ ਹੈ। Look, he said, hiding behind the oven of the village potter, potter meaning ਘੁਮਿਆਰ, ਉਸਨੇ ਪਿੰਡ ਦੇ ਘੁਮਿਆਰ ਦੇ ਓਵਨ ਪਿੱਛੇ, ਤੰਦੂਰ ਦੇ ਪਿੱਛੇ ਖੜੇ ਹੋ ਕੇ ਕਿਹਾ, Do you see the congregation of men in the ਸ਼ਾਹੂਕਾਰ shop, ਕੀ ਤੂੰ ਸ਼ਾਹੂਕਾਰ ਦੀ ਦੁਕਾਨ ਦੇ ਵਿੱਚ ਆਦਮੀਆਂ ਦਾ ਇਕੱਠ ਦੇਖਿਆ ਹੈ? Try and see who's there, ਦੇਖੋ ਉੱਥੇ ਕੌਣ ਆ। I explored the various faces and for a moment I was quite baffled, ਮੈਂ ਕਈ ਚਿਹਰੇ ਦੇਖੇ ਅਤੇ ਮੈਂ ਘਬਰਾ ਗਿਆ, ਥੋੜੀ ਦੇਰ ਲਈ ਮੈਂ ਬਿਲਕੁਲ ਘਬਰਾ ਗਿਆ, ਪਰੇਸ਼ਾਨ ਹੋ ਗਿਆ। Only the peasants sitting around waiting for the landlord, I said, ਮੈਂ ਕਿਹਾ ਕਿ ਲੋਕ ਬੈਠੇ ਲੈਂਡਲੋਰਡ ਦਾ ਇੰਤਜ਼ਾਰ ਕਰ ਰਹੇ ਆ। Look again, idiot, he said, and see, ਉਸਨੇ ਕਿਹਾ ਮੂਰਖ, ਦੁਬਾਰਾ ਦੇਖ। The landlord is there, his long chapped face dirted, the white scum of his unshaved, ਜਬਾੜਿਆਂ ਵਾਲਾ ਫੇਸ ਗੰਦਾ ਲੱਗ ਰਿਹਾ, shaved beard ਹੈ, ਚਿੱਟੀ ਦਾੜੀ ਹੈ ਉਸਦੇ, ਚਿੱਟੀ ਦਾੜੀ ਦੀ ਗੰਦੀ ਪਰ। Ha, I shouted hilariously, struck by the contradiction of the big thick moustache, ਅਤੇ ਮੈਂ ਉੱਚੀ ਉੱਚੀ ਹੱਸਿਆ ਪ੍ਰਸੰਨਤਾ ਦੇ ਨਾਲ। ਕਿਸ ਚੀਜ਼ ਦੀ ਹੱਸਿਆ? ਅਤੇ ਮੈਨੂੰ ਉਹਦੀ ਸੰਘਣੀਆਂ ਮੁੱਛਾਂ ਦਾ ਭੁਲੇਖਾ ਲੱਗਿਆ। ਵਿੱਚ I knew the landlord ਟਾਈ ਸੀ ਕਿ ਮੁੱਛਾਂ ਨੂੰ ਰੰਗ ਕਿ ਉਹ ਰੰਗਦਾ ਸੀ। ਵਿਦ ਅ ਪਿਕਲੀ ਵਾਈਟ ਬਰਸ਼ ਔਨ ਹਿਜ਼ ਜੌ, ਉਹਦੇ ਜਬਾੜਿਆਂ ਦੇ ਚਿੱਟੇ ਰੰਗ ਦਾ ਕੰਡੇਦਾਰ ਬੁਰਸ਼ ਸੀ। ਅਸੀਂ ਆਈ ਰੋਡ ਅ ਸਿਕ ਲਾਈਨ, ਹੀ ਲੁਕਸ ਸੀਡੀ, ਕਿ ਮੈਂ ਕਿਹਾ ਕਿ ਇੱਕ ਬਿਮਾਰ ਸ਼ੇਰ ਦੀ ਤਰ੍ਹਾਂ ਉਹ ਬਿਮਾਰ ਨਜ਼ਰ ਆਉਂਦਾ ਹੈ, ਸ਼ੇਮਫੁਲ ਨਜ਼ਰ ਆਉਂਦਾ ਹੈ। ਚੰਦੂ ਡੋਂਟ ਮੇਕ ਅ ਰੋ, ਚੰਦੂ ਨੇ ਕਿਹਾ ਕਿ ਤੂੰ ਰੌਲਾ ਨਾ ਪਾ। But look at the ਸ਼ਾਹੂਕਾਰ ਵੱਲ ਦੇਖ, he looks like a leper with the brown tin of tobacco on his walrus mouth, ਕੋੜੀ ਵਰਗਾ ਲੱਗਦਾ ਹੈ, ਭੂਰੇ ਰੰਗ ਦੀਆਂ ਉਹਨੇ ਤੰਬਾਕੂ ਵਾਲੀਆਂ ਉਹਦੀਆਂ walrus which I once used to trim, ਜਿਹੜੀਆਂ ਕਦੇ ਮੈਂ ਉਹਦੀਆਂ ਮੁੱਛਾਂ ਬਣਾਉਂਦਾ ਸੀ। Now you run past the shop and call, beavers, ਹੁਣ ਤੂੰ ਦੁਕਾਨ ਦੇ ਅੱਗੋਂ ਜਾ ਅਤੇ ਇਹ ਕਹਿ, beavers shop, ਉਹਨੂੰ ਰਿੱਛ ਅਤੇ ਖਲ ਦੀ ਟੋਪੀ ਕਹਿ। They can't say anything to you, ਉਹ ਤੈਨੂੰ ਕੁਛ ਨਹੀਂ ਕਹਿ ਸਕਦੇ, ਉਹਨਾਂ ਨੂੰ ਜਾ ਕੇ ਕਹਿ। He was too impetuous, a disciple of the ambitious and deliberate meaning to talk about, mischievous, ਸ਼ਰਾਰਤੀ, mischievous, ਚੰਦੂ ਦਾ ਮੈਂ ਨਿਰਦਈ ਚੇਲਾ ਕਾਲੀ ਵਿੱਚ ਆ ਗਿਆ, ਮੈਂ ਹੋਰ ਲਈ ਉਡੀਕ ਨਾ ਕਰ ਸਕਿਆ। beavers, ਰਿੱਛ ਦੀ ਖਲ ਦੀ ਟੋਪੀ ਉਸਨੂੰ ਕਿਹਾ। I shouted as I ran past the shop to the edge of the platform by the banyan tree, ਮੈਂ ਜਦੋਂ ਕਿ ਬਨੀਅਨ ਟਰੀ ਦੇ ਦਰਖਤ ਦੇ ਵੱਲ ਗਿਆ ਅਤੇ ਮੈਂ ਇਹ ਸ਼ਬਦ ਕਹੇ। The peasants who were gathered round the shop burst out laughing, ਜਿਹੜੇ ਕਿਸਾਨ ਉੱਥੇ ਇਕੱਠੇ ਹੋਏ ਸੀ ਉੱਚੀ ਉੱਚੀ ਹੱਸਣ ਲੱਗੇ। As they had apparently been itching to, for they had noticed the strong growth on the elders' faces, ਮੈਨੂੰ ਕਾਹਲੇ ਸੀ ਉਹ ਵੀ ਕਿ ਉਹਨਾਂ ਨੇ ਐਲਡਰ ਦੇ ਫੇਸਿਸ ਉੱਪਰ ਦਾੜੀਆਂ ਦੇਖੀਆਂ ਸੀ। Though they had not dared to say anything, ਪਰ ਉਹਨਾਂ ਦੇ ਅੰਗੇ ਜਲ ਰਹੇ ਸੀ ਅੰਦਰੋਂ ਅੰਦਰ, ਬਟ ਉਹ ਗੱਲ ਕਹਿ ਨਹੀਂ ਸੀ ਰਹੇ, ਹੌਸਲਾ ਨਹੀਂ ਸੀ ਕਰ ਰਹੇ। Catch him the little rose, ਬਦਮਾਸ਼ ਨੂੰ ਪਕੜੋ, shouted the ਸ਼ਾਹੂਕਾਰ। He is in league with that barber boy ਚੰਦੂ, ਉਹ ਦੀ ਸੰਗਤ ਵਿੱਚ ਹੈ, ਲੀਗ ਮੀਨਿੰਗ ਸੰਗਤ। But of course I had climbed up the banyan tree, ਪਰ ਬਿਨਾਂ ਸ਼ੱਕ ਤੋਂ ਮੈਂ ਬਨੀਅਨ ਦੇ ਦਰਖਤ ਦੇ ਉੱਪਰ ਚੜ੍ਹ ਗਿਆ। From which I jumped on the wall of the temple and shouted my slogan at the priest. Answer to the 15th question, how did Shahukar look without being trimmed by the barber? This is answer to the 15th question. As we have already discussed, he looked like a leper with the brown tin of tobacco. And answer to 7th, jokes become popular in every home and why? Catch him, the little row. Rumor about the barber's boy strikes spread, ਹੁਣ ਅਫਵਾਹ ਫੈਲ ਗਈ ਕਿ
ਨਾਈ ਲੜਕੇ ਨੇ ਸਟ੍ਰਾਈਕ ਕਰ ਦਿੱਤੀ। ਐਂਡ ਜੋਕਸ ਅਬਾਊਟ ਦ ਅਨਕੈਂਪਡ ਬੀਅਰਡਸ ਆਫ ਦ ਐਲਡਰਸ ਆਫ ਦ ਵਿਲੇਜ ਬਿਕੇਮ ਕਰੰਟ ਇਨ ਹੈਵਰੀ ਹੋਮ। ਅਤੇ ਹਰ ਘਰ ਦੇ ਵਿੱਚ ਅਨਕੌਮਡ ਮੀਨਿੰਗ ਨਾ ਵਾਹੀਆਂ ਹੋਈਆਂ ਵੱਡਿਆਂ ਦੀਆਂ ਦਾੜੀਆਂ ਦੇ ਮਜ਼ਾਕ ਬਣ ਗਏ। ਦਿਸ ਇਜ਼ ਆਂਸਰ ਟੂ ਦ 16th question, what jokes became popular in every home and why? कि हर घर ਦੇ ਵਿੱਚ ਕਿਹੜਾ ਮਜ਼ਾਕ ਪ੍ਰਸਿੱਧ ਹੋ ਗਿਆ ਤੇ ਕਿਉਂ? Those who were of high caste, even the members of the families of the elders began to giggle with laugh at the shabby appearance of the great ones. ਮੈਂਬਰ ਸੀ ਫੈਮਿਲੀ ਦੇ ਉਹ ਵੀ ਹੈ ਹੜ ਕੇ ਹੱਸਣ ਲੱਗੇ ਆਪਣੇ ਵੱਡਿਆਂ ਦੀ ਭੱਦੀ ਦਿੱਖ ਦੇ ਉੱਪਰ। ਐਂਡ ਮੇਡ ਰਿਊਡ ਰਿਮਾਰਕਸ ਅਬਾਊਟ ਦੀਅਰ ਪਰਸਨਸ ਅਤੇ ਉਹਨਾਂ ਨੂੰ ਭੱਦੇ ਮਜ਼ਾਕ ਕਰਨ ਲੱਗੇ। ਦਿਸ ਇਜ਼ ਆਂਸਰ ਟੂ ਦ 16th question. You may write about the unkempt beards of the elders and everyone even at the home laughed at the shabby appearance of the great ones. This is answer to the 17th question. And he was said that at least the landlord's wife threatened to run away somebody because being younger than her husband, क्योंकि वो अपने husband तो छोटी सी by 20 years 20 साल छोटी सी, she had borne with him as long as he kept himself in trim. ਨਾਲ ਉਦੋਂ ਤੱਕ ਰਹਿੰਦੀ ਸੀ ਜਦੋਂ ਤੱਕ ਉਹ ਕੀ ਹੈ ਠੀਕ ਠਾਕ ਰਹਿੰਦਾ ਸੀ, ਦਾੜੀ ਨੂੰ ਟ੍ਰਿਮ ਕਰਾ ਕੇ ਰਹਿੰਦਾ ਸੀ। ਬਟ ਵਾਜ਼ ਨਾਓ ਡਿਸਕਸਡ ਵਿਦ ਹਿਮ, ਪਰ ਹੁਣ ਉਹਦੇ ਨਾਲ ਨਾਰਾਜ਼ ਰਹਿਣ ਲੱਗ ਗਈ। ਬਿਯੋਂਡ ਦ ਲਿਮਿਟਸ ਆਫ ਰੀਕਨਸਾਈਲੇਸ਼ਨ, ਤੋਂ ਹੁਣ ਉਹ ਹੋਰ ਸਮਝੌਤਾ ਉਸ ਦੇ ਨਾਲ ਨਹੀਂ ਸੀ ਕਰ ਸਕਦੀ। ਇਹ ਇੱਕ ਜੋਕ ਸੀ ਉਹਨਾਂ ਨੇ ਬਣਾਇਆ ਹੋਇਆ ਪਿੰਡ। ਚੰਦੂ ਡਿਡ ਗੁੱਡ ਬਿਜ਼ਨਸ ਇਨ ਟਾਊਨ ਡਿਊਰਿੰਗ ਦੀਸ ਡੇ, ਚੰਦੂ ਨੇ ਟਾਊਨ ਵਿੱਚ ਜਾ ਕੇ ਚੰਗਾ ਬਿਜ਼ਨਸ ਕੀਤਾ ਐਂਡ ਸੇਵਡ ਮਨੀ, ਪੈਸਾ ਬਚਾ ਲਿਆ। ਈਵਨ ਦੋ ਹੀ ਬੋਟ ਨਿਊ ਕਲੋਥਸ ਐਂਡ ਨਿਊ ਟੂਲਸ ਫਾਰ ਹਿਮਸੈਲਫ ਐਂਡ ਗੇਵ ਮੀ ਵੇਰੀਅਸ ਪ੍ਰੈਜੈਂਟਸ, ਉਸਨੇ ਮੈਨੂੰ ਬਹੁਤ ਤੋਹਫੇ ਦਿੱਤੇ, ਆਪਣੇ ਲਈ ਨਵੇਂ ਕੱਪੜੇ ਲਏ ਅਤੇ ਨਵੇਂ ਸੰਦ ਉਸਨੇ ਖਰੀਦ ਲਏ। ਦ 18th question, ਵਾਈ ਡਿਡ ਦ ਵਿਲੇਜ ਐਲਡਰ ਥ੍ਰੈਟਨ ਚੰਦੂ, ਪਿੰਡ ਦੇ ਵੱਡਿਆਂ ਨੇ ਚੰਦੂ ਨੂੰ ਕਿਉਂ ਧਮਕੀ ਦਿੱਤੀ? ਦ ਵਿਲੇਜ ਐਲਡਰ ਥ੍ਰੈਟਨ ਟੂ ਹੈਵ ਹਿਮ ਸੈਂਟ ਟੂ ਪ੍ਰਿਜ਼ਨ, ਉਹਨਾਂ ਨੇ ਕਿਹਾ ਕਿ ਤੈਨੂੰ ਜੇਲ੍ਹ ਵਿੱਚ ਭੇਜ ਦਿਆਂਗੇ ਫਾਰ ਹਿਜ਼ ਅਫੈਂਸਿਸ, ਉਸਦੇ ਅਪਰਾਧ ਲਈ। ਐਂਡ ਆਰਡਰਡ ਹਿਜ਼ ਮਦਰ ਟੂ ਫੋਰਸ ਹਿਮ, ਅਤੇ ਉਹਦੀ ਮਾਂ ਨੂੰ ਆਰਡਰ ਕੀਤਾ ਕਿ ਉਸਨੂੰ ਉਹਨਾਂ ਨੂੰ ਅਵੇ ਕਰੇ ਬਿਫੋਰ ਦੇ ਕਮਿਟਡ ਹਿਮ ਟੂ ਦ ਪੁਲਿਸ ਫਾਰ ਅ ਬ੍ਰੀਚ ਆਫ ਦ ਪੀਸ, ਜਿਹੜੀ ਸ਼ਾਂਤੀ ਭੰਗ ਕੀਤੀ ਨਹੀਂ ਤਾਂ ਪੁਲਿਸ ਨੂੰ ਫੜਾ ਦਿਆਂਗੇ। ਉਹ ਥ੍ਰੈਟਨ ਇਸ ਕਰਕੇ ਕਰ ਰਹੇ ਸੀ ਕਿਉਂਕਿ ਉਹ ਉਹਨਾਂ ਦੇ ਘਰ ਕੰਮ ਕਰਨ ਲਈ ਨਹੀਂ ਜਾਂਦਾ ਸੀ। ਬਟ ਚੰਦੂਜ਼ ਮਦਰ ਹੈਡ ਫਾਰ ਦ ਫਸਟ ਟਾਈਮ ਇਨ ਹਰ ਲਾਈਫ ਟਚ ਦ ਐਜ ਆਫ ਪ੍ਰੋਸਪੈਰਿਟੀ, ਪਰ ਚੰਦੂ ਦੀ ਮਾਂ ਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਖੁਸ਼ਹਾਲੀ ਪ੍ਰਾਪਤ ਕੀਤੀ ਸੀ। ਐਂਡ ਸ਼ੀ ਟੋਲਡ ਦੈਮ ਆਲ ਵਟ ਸ਼ੀ ਥਾਊਟ ਆਫ ਦੈਮ ਇਨ ਅ ਲੈਂਗੁਏਜ ਈਵਨ ਪਲੇਨਰ, ਅਤੇ ਉਹ ਜੋ ਉਹਨਾਂ ਬਾਰੇ ਸੋਚਦੀ ਸੀ ਉਸ ਤੋਂ ਵੀ ਵੱਧ ਉਸਨੇ ਸਾਫ਼ ਭਾਸ਼ਾ ਵਿੱਚ ਕਿਹਾ। ਦੈਨ ਦੈਟ ਇਨ ਵਾਜ਼ ਵਿਚ ਸ਼ੀ ਹੈਡ ਆਲਵੇਜ਼ ਅਡਰੈਸ ਦੈਮ, ਉਹਨੇ ਉਸੇ ਭਾਸ਼ਾ ਵਿੱਚ ਉਹਨਾਂ ਨੂੰ ਬੁਲਾਇਆ ਜਿਵੇਂ ਉਹ ਪਹਿਲਾਂ ਕਹਿੰਦੀ ਸੀ। ਦੈਨ ਦੇ ਥਾਊਟ ਆਫ ਗੈਟਿੰਗ ਦ ਬਾਰਬਰ ਆਫ ਵੇਰਕਾ ਟੂ ਕਮ, ਫਿਰ ਉਹਨਾਂ ਨੇ ਕਿਹਾ ਵੇਰਕਾ ਦੇ ਨਾਈ ਨੂੰ ਬੁਲਾਇਆ ਜਾਏ। ਐਂਡ ਅਟੈਂਡ ਦੈਮ, ਤੇ ਉਹਨਾਂ ਕੋਲ ਆਵੇ। ਐਂਡ ਆਫਰਡ ਮੈਨ ਆਨਾ ਇੰਸਟੈਡ ਆਫ 2 ਪੈਸੇ, ਦੇ ਹੈਡ ਆਲਰੇਡੀ ਪੇਡ ਟੂ ਚੰਦੂ, ਉਹਨਾਂ ਨੇ 2 ਪੈਸੇ ਦੀ ਬਜਾਏ ਉਸਨੂੰ 1 ਆਨਾ ਦੇਣ। ਓਵਰ ਹੈਡ ਕਨਸੀਵ ਅ ਨਿਊ ਨੋਸ਼ਨ ਦਿਸ ਟਾਈਮ, ਇਸ ਸਮੇਂ ਤੱਕ ਕੀ ਹੈ ਚੰਦੂ ਨੂੰ ਨਵਾਂ ਵਿਚਾਰ ਆ ਗਿਆ ਸੀ। ਨਿਊ ਦੈਨ ਦੋਜ਼ ਹੀ ਹੈਡ ਐਵਰ ਥਾਊਟ ਆਫ ਬਿਫੋਰ, ਉਹ ਇੰਨਾ ਨਵਾਂ ਕਿ ਪਹਿਲਾਂ ਕਦੀ ਆਇਆ ਹੀ ਨਹੀਂ ਸੀ। ਹੈਵਿੰਗ ਸੀਨ ਦ ਸ਼ਾਪ ਆਫ ਨਰਿੰਜਨ ਦਾਸ, ਉਸਨੇ ਨਰਿੰਜਨ ਦਾਸ ਦੀ ਸ਼ਾਪ ਦੇਖੀ। ਦ ਬਾਰਬਰ ਆਫ ਦ ਟਾਊਨ, ਜਿਹੜਾ ਕਸਬੇ ਦਾ ਬਾਰਬਰ ਸੀ। He had applied his brain to the scheme of opening a shop on the wayside at the head of the bazaar, ਉਸਨੇ ਕਿਹਾ ਕਿ ਬਾਜ਼ਾਰ ਦੇ ਸਿਰੇ ਤੇ ਉਹ ਵੀ ਇੱਕ ਦੁਕਾਨ ਖੋਲ੍ਹੇਗਾ in partnership with his cousin the barber of ਵੇਰਕਾ, ਜਿਹੜਾ ਵੇਰਕਾ ਦਾ ਨਾਈ ਸੀ ਉਸਦਾ ਕਜ਼ਨ ਸੀ, ਉਹਦੇ ਨਾਲ ਉਸਨੇ ਹਿੱਸੇਦਾਰੀ ਕਰ ਲਈ। There are many names in this lesson and all these names and their designation. Here the new name barber of Verka and the shop of Naranjan Das, he was also a barber of the town. And with Tanu and other barbers, Tanu ਵੀ ਬਾਰਬਰ ਦਾ ਨਾਮ ਹੈ ਤੇ ਹੋਰ ਜਿਹੜੇ ਬਾਰਬਰ ਸੀ ਨਾਈ ਸੀ। within a range of 7 miles from his village, ਉਸਦੇ ਪਿੰਡ ਤੋਂ 7 ਮੀਲ ਦੀ ਦੂਰੀ ਤੇ। he proposed his new idea to his cousin and Tanu and all the other barbers, ਉਸਨੇ ਸਾਰੇ ਬਾਰਬਰਸ ਨੂੰ ਆਪਣੇ ਕਜ਼ਨ ਨੂੰ ਤੇ ਤਨੂੰ ਨੂੰ ਨਵਾਂ ਆਈਡੀਆ ਦੱਸਿਆ। at a special meeting at his craft meaning ਜਾਤੀ ਸੰਬੰਧੀ ਉਸਦੇ ਵਿੱਚ ਗੁਣ ਸੀ, ਕ੍ਰਾਫਟ ਮੀਨਿੰਗ ਆਰਟ ਸੀ ਉਸਦੇ ਅੰਦਰ। ਗਿਫਟ ਆਫ ਦ ਗੈਪ ਜਾਤੀ ਸੰਬੰਧੀ ਗੱਲ ਕਰਨ ਦਾ ਗੁਣ। ਵਿਚ ਹੀ ਹੈਡ ਬਿਸਾਈਡਸ ਇਜ਼ ਅਦਰ ਕੁਆਲਿਟੀਜ਼ ਆਫ ਹੈਡ ਐਂਡ ਹਾਰਟ, ਜਿਹੜੀ ਉਹਦੇ ਦਿਲ ਦਿਮਾਗ ਦੀਆਂ ਹੋਰ ਗੁਣਾਂ ਦੇ ਨਾਲ ਵੀ ਸੀ। ਹੀ ਕਨਵਿੰਸਡ ਦੈਮ ਆਲ ਦੈਟ ਇਟ ਵਾਜ਼ ਟਾਈਮ ਦੈਟ ਦ ਐਲਡਰਸ ਆਫ ਦ ਵਿਲੇਜ ਕੇਮ ਟੂ ਦੈਮ, ਫਿਰ ਉਸਨੇ ਸਾਰਿਆਂ ਨੂੰ ਦੱਸਿਆ ਕਿ ਇਹ ਪਿੰਡ ਦੇ ਵੱਡੇ ਲੋਕਾਂ ਦੇ ਬਜ਼ੁਰਗਾਂ ਦੇ ਆਉਣ ਦਾ ਟਾਈਮ ਹੈ ਸ਼ੇਵ ਦੇ ਵਾਸਤੇ। ਰਾਦਰ ਦੈਨ ਦੇ ਸ਼ੁੱਡ ਡੈਂਸ ਅਟੈਂਡੈਂਸ ਅਪੋਨ ਦੇਅਰ ਲੌਰਡਸ ਐਂਡ ਮਾਸਟਰ, ਕਿ ਫਿਰ ਉਹਨੇ ਲੋਕਾਂ ਨੂੰ ਉਹਨਾਂ ਨੂੰ ਇਹ ਦੱਸਿਆ ਕਿ ਹੁਣ ਉਹ ਟਾਈਮ ਹੈ, ਵੱਡੇ ਲੋਕ ਹੈ ਉਹ ਦਾੜੀ ਬਣਵਾਉਣ ਲਈ ਉਹਨਾਂ ਕੋਲ ਆਉਣ, ਆਪਣੇ ਮਾਲਕਾਂ ਕੋਲ ਜਾ ਕੇ ਅਸੀਂ ਹਾਜ਼ਰੀ ਲਵਾਈਏ। ਰਾਜਕੋਟ ਡਿਸਟ੍ਰਿਕਟ ਬਾਬਰ ਬ੍ਰਦਰਸ ਹੇਅਰ ਡਰੈਸਿੰਗ ਐਂਡ ਸ਼ੇਵਿੰਗ ਸਲੂਨ,
has been followed by many other active trade unions of working men in our parts। फिर साडे हिस्से दे विच उहने किहड़ी यूनियन बनाई? राजकोट डिस्ट्रिक्ट बार्बर्स। 19th क्वेश्चन, name the union that gave birth to many other active trade unions in the town, and this is answer to the 19th question कि केड़ी यूनियन बनाई सी? राजकोट डिस्ट्रिक्ट बार्बर brothers, and which many other active trade unions have followed। You have to find the answers of these questions by combining the short question, and you have to do it yourself। I have detailed was a barber, a low caste boy है और वो किस तरह एंड ਦੇ ਵਿੱਚ ਸਟਰਗਲ ਦੇ ਕਰਕੇ ਆਪਣੇ ਸਾਥੀਆਂ ਨਾਲ ਇੱਕ ਯੂਨੀਅਨ ਬਣਾਉਣ ਵਿੱਚ ਸਫਲ ਹੋ ਜਾਂਦਾ ਹੈ, ਜਿਸ ਦਾ ਨਾਮ ਹੈ ਰਾਜਕੋਟ ਬਾਰਬਰ ਯੂਨੀਅਨ। ਐਂਡ ਸਟੂਡੈਂਟਸ, ਇਹਨਾਂ ਲੈਸਨ ਨੂੰ ਧਿਆਨ ਨਾਲ ਸੁਣਨਾ ਹੈ। ਵੀਡੀਓ ਤੁਸੀਂ ਕਿਸੇ ਟਾਈਮ ਵੀ ਪਹਿਲਾਂ ਲੈਸਨ ਸੁਣੋ, ਕੁਐਸਚਨ ਜੋ ਅੰਡਰਲਾਈਨ ਕੀਤੇ ਧਿਆਨ ਨਾਲ ਉਹਨਾਂ ਨੂੰ ਸਮਝੋ, ਉਸ ਤੋਂ ਬਾਅਦ ਤੁਸੀਂ PDF ਦੇ ਵਿੱਚੋਂ ਵੀ ਇਹਨਾਂ ਦੇ ਆਨਸਰ ਲਿਖ ਸਕਦੇ ਹੋ। ਬਟ ਲੈਸਨ ਦੀ ਲਿਸਨਿੰਗ ਇਸ ਕਰਕੇ ਜ਼ਰੂਰੀ ਹੈ ਤਾਂ ਜੋ ਤੁਹਾਨੂੰ ਟਰਾਂਸਲੇਸ਼ਨ ਸਮਝ ਆ ਜਾਏ। ਔਰ ਸਟੋਰੀ ਵੇਟ ਫॉर द नेक्स्ट वीडियोज़ फॉर नेक्स्ट लेसन्स। थैंक्स एंड बेस्ट विशेस टू ऑल।